ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਆਪ ਜੀ ਦਾ ਭਾਈ ਵਿਚਿੱਤਰ। ਅੱਜ ਤੋਂ ਮੈਂ ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਨ ਤੱਕ ਦੇ ਕਿੱਸੇ ਸੁਣਾਉਣੇ ਸ਼ੁਰੂ ਕਰਨ ਲੱਗਾ ਹਾਂ। ਸ਼ੁਰੂ ਕਰਦੇ ਹਾਂ ਕਿੱਸੇ ਬਾਬੇ ਨਾਨਕ ਦੇ। ਸ਼ਰਧਾ ਭਾਵਨਾ ਨਾਲ ਕੰਨ ਲਾਓ ਤੇ ਸੁਣੋ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸੀ। ਪਾਕਿਸਤਾਨ ਵਿੱਚ ਰਾਏਪੁਰ ਦੀ ਤਲਵੰਡੀ ਸੀ, ਜਿਹਨੂੰ ਅਸੀਂ ਹੁਣ ਨਨਕਾਣਾ ਸਾਹਿਬ ਦੇ ਨਾਂ ਤੋਂ ਜਾਣਦੇ ਹਾਂ। ਸ਼੍ਰੀ ਕਲਿਆਣ ਦਾਸ ਜੀ ਉੱਥੋਂ ਦੇ ਪਟਵਾਰੀ ਸੀ। ਉਹਨਾਂ ਦੇ ਘਰ ਇਹਨਾਂ ਦਾ ਜਨਮ 1469 ਈਸਵੀ ਵਿੱਚ ਕੱਤੇ ਮਹੀਨੇ ਦੀ ਪੁੰਨਿਆ ਨੂੰ ਹੋਇਆ ਸੀ। ਤ੍ਰਿਪਤਾ ਦੇਵੀ ਇਹਨਾਂ ਦੀ ਮਾਤਾ ਜੀ ਸੀ ਅਤੇ ਨਾਨਕੀ ਇਹਨਾਂ ਦੀ ਵੱਡੀ ਭੈਣ ਸੀ। ਨਾਨਕੀ ਨਾਨਕਿਆਂ ਦੀ ਲਾਡਲੀ ਸੀ, ਤਾਂ ਕਰਕੇ ਉਸ ਦਾ ਨਾਂ ਨਾਨਕੀ ਪੈ ਗਿਆ ਸੀ। ਇਹਨਾਂ ਦੀ ਵੱਡੀ ਭੈਣ ਨਾਨਕੀ ਇਹਨਾਂ ਨਾਲ ਬੜਾ ਪਿਆਰ ਕਰਦੀ ਸੀ। ਉਹਨਾਂ ਦੇ ਲਾਡ ਪਿਆਰ ਕਰਕੇ ਇਹਨਾਂ ਦਾ ਨਾਂ ਨਾਨਕ ਪੈ ਗਿਆ ਸੀ। ਭੈਣ ਭਰਾਵਾਂ ਦੇ ਪਿਆਰ ਵਿੱਚ ਸਮਾਂ ਬੀਤਦਾ ਗਿਆ। ਜਦੋਂ ਬਾਲ ਨਾਨਕ ਦੇ ਪੜ੍ਹਨ ਦਾ ਸਮਾਂ ਆਇਆ ਤੇ ਕਲਿਆਣ ਦਾਸ ਜੀ ਨੇ ਪਿੰਡ ਦੇ ਪਾਂਡੇ ਪਾਸ ਇਹਨਾਂ ਨੂੰ ਪੜ੍ਹਨ ਲਈ ਭੇਜ ਦਿੱਤਾ। ਪਾਂਡੇ ਜੀ ਇਹਨਾਂ ਨੂੰ ਪੜ੍ਹਾਉਣ ਲੱਗ ਗਏ। ਇੱਕ ਦਿਨ ਪਾਂਡੇ ਜੀ ਨੇ ਇਹਨਾਂ ਦੀ ਫੱਟੀ ਆਪਣੇ ਹੱਥ ਵਿੱਚ ਫੜੀ ਤੇ ਉਸ ਉੱਤੇ ਇੱਕ ਲਿਖਿਆ ਤੇ ਉਸੇ ਤਰ੍ਹਾਂ ਇੱਕ ਲਿਖਣ ਲਈ ਫੱਟੀ ਵਾਪਸ ਫੜਾ ਦਿੱਤੀ। ਇਹਨਾਂ ਨੇ ਪਾਂਡੇ ਵਾਂਗ ਹੀ ਇੱਕ ਲਿਖ ਦਿੱਤਾ ਤੇ ਪਾਂਡੇ ਜੀ ਨੂੰ ਪੁੱਛਿਆ, ਪਾਂਡੇ ਜੀ ਇਸ ਇੱਕ ਦਾ ਮਤਲਬ ਕੀ ਹੈ? ਪਾਂਡੇ ਜੀ ਨੇ ਸਮਝਾਇਆ ਕਿ ਇੱਕ ਗਿਣਤੀ ਹੈ ਤੇ ਇਹ ਇੱਕ ਗਣਤੋਂ ਦੀ ਸਭ ਤੋਂ ਛੋਟੀ ਤੇ ਪਹਿਲੀ ਇਕਾਈ ਹੈ। ਇਸ ਤੋਂ ਬਿਨਾਂ ਕੋਈ ਵੀ ਹਿਸਾਬ ਕਿਤਾਬ ਜਾਂ ਗਣਨਾ ਸੰਭਵ ਨਹੀਂ ਹੈ। ਇਹਨਾਂ ਨੇ ਕਿਹਾ, ਠੀਕ ਹੈ, ਇਹ ਇੱਕ ਗਿਣਤੀ ਹੈ, ਪਰ ਇਸ ਦਾ ਮਤਲਬ ਕੀ ਹੈ? ਪਾਂਡੇ ਜੀ ਨੇ ਕਿਹਾ, ਇਸ ਦਾ ਕੋਈ ਹੋਰ ਮਤਲਬ ਨਹੀਂ ਹੈ। ਇੱਕ ਹੈ ਤੇ ਇਹ ਇੱਕ ਗਿਣਤੀ ਹੈ। ਇਹਨਾਂ ਨੇ ਕਿਹਾ, ਨਹੀਂ ਪਾਂਡੇ ਜੀ, ਇੱਕ ਦਾ ਮਤਲਬ ਵੀ ਹੁੰਦਾ ਹੈ। ਪਾਂਡੇ ਜੀ ਨੇ ਕਿਹਾ, ਚੰਗਾ ਨਾਨਕ ਜੀ, ਫਿਰ ਆਪ ਹੀ ਦੱਸੋ ਕਿ ਇਹ ਇੱਕ ਦਾ ਹੋਰ ਕੀ ਮਤਲਬ ਹੁੰਦਾ ਹੈ? ਇਹਨਾਂ ਨੇ ਕਿਹਾ, ਇੱਕ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਇੱਕ ਹੈ। ਪਾਂਡੇ ਜੀ ਨੇ ਕਿਹਾ, ਹਾਂ, ਇਹ ਵੀ ਠੀਕ ਹੈ। ਪਾਂਡੇ ਜੀ ਅੱਗੇ ਪੜ੍ਹਾਉਣ ਲੱਗ ਗਏ। ਪਾਂਡੇ ਜੀ ਜਦੋਂ ਇਹਨਾਂ ਨੂੰ ਕੁਝ ਵੀ ਪੜ੍ਹਾਉਂਦੇ ਸੀ ਤੇ ਇਹ ਕਿਸੇ ਨਾ ਕਿਸੇ ਰੂਪ ਵਿੱਚ ਉਸ ਗੱਲ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੇ ਸੀ ਤੇ ਪਰਮਾਤਮਾ ਦੀ ਪ੍ਰਾਪਤੀ ਲਈ ਪਾਂਡੇ ਪਾਸੋਂ ਪ੍ਰਸ਼ਨ ਪੁੱਛਦੇ ਸੀ। ਜਿੱਥੋਂ ਤੱਕ ਪਾਂਡੇ ਜੀ ਇਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਸਕਦੇ ਸੀ ਉਹ ਦਿੰਦੇ ਸੀ, ਪਰ ਕਈ ਵਾਰ ਉਹ ਇਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਪਾਉਂਦੇ ਸੀ। ਇਹਨਾਂ ਦੇ ਪ੍ਰਸ਼ਨਾਂ ਦੇ ਅੱਗੇ ਉਹ ਨਿਰੁੱਤਰ ਹੋ ਜਾਂਦੇ ਸੀ। ਪਾਂਡੇ ਜੀ ਨੂੰ ਇਹਨਾਂ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਤੇ ਦਿਵਯ ਗਿਆਨ ਦਾ ਅਹਿਸਾਸ ਬੜੀ ਜਲਦੀ ਹੋ ਗਿਆ ਸੀ। ਪਾਂਡੇ ਜੀ ਇਹਨਾਂ ਤੇ ਸ਼ਰਧਾ ਰੱਖਣ ਲੱਗ ਗਏ ਸੀ। ਇਹਨਾਂ ਦੀ 8 ਵਰ੍ਹਿਆਂ ਦੀ ਉਮਰ ਵਿੱਚ ਪਾਂਡੇ ਜੀ ਇਹਨਾਂ ਦੇ ਘਰ ਗਏ ਤੇ ਇਹਨਾਂ ਦੇ ਪਿਤਾ ਕਲਿਆਣ ਦਾਸ ਜੀ ਨੂੰ ਇਹਨਾਂ ਦੇ ਦਿਵਯ ਗਿਆਨ ਬਾਰੇ ਦੱਸਿਆ ਤੇ ਸਮਝਾਇਆ। ਭਾਈ ਕਾਲੂ, ਤੂੰ ਬੜਾ ਭਾਗਵਾਨ ਹੈ, ਤੂੰ ਨਾਨਕ ਦਾ ਪਿਤਾ ਹੈ। ਮੈਂ ਤੈਨੂੰ ਸਹੀ ਦੱਸਾਂ ਤੇ ਇਹ ਕੋਈ ਦਿਵਯ ਆਤਮਾ ਹੈ। ਇਹਨੂੰ ਮੈਥੋਂ ਜ਼ਿਆਦਾ ਗਿਆਨ ਹੈ। ਇਹਨੂੰ ਪੜ੍ਹਾਉਣ ਲਈ ਮੇਰੇ ਕੋਲ ਭੇਜਣ ਦੀ ਲੋੜ ਨਹੀਂ ਹੈ। ਇਹ ਗਿਆਨ ਲੈਣ ਨਹੀਂ, ਸੰਸਾਰ ਨੂੰ ਗਿਆਨ ਦੇਣ ਆਇਆ ਹੈ। ਇਹ ਸਮਝਾ ਕੇ ਪਾਂਡੇ ਜੀ ਉੱਥੋਂ ਚਲੇ ਗਏ। ਇਹਨਾਂ ਦੀ ਭੈਣ ਨਾਨਕੀ ਜੀ ਵੀ ਪਾਂਡੇ ਦੀ ਗੱਲਾਂ ਤੋਂ ਸਹਿਮਤ ਸੀ। ਉਹ ਵੀ ਨਾਨਕ ਨੂੰ ਕੋਈ ਪੀਰ ਮੰਨਦੀ ਸੀ ਤੇ ਨਾਨਕ ਨਾਲ ਪ੍ਰੇਮ ਸਤਿਕਾਰ ਕਰਦੀ ਸੀ। ਪਿਤਾ ਕਲਿਆਣ ਦਾਸ ਜੀ ਇਸ ਭੇਦ ਤੋਂ ਅਣਜਾਣ ਸੀ। ਪਾਂਡੇ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋਣ ਲੱਗ ਗਈ ਤੇ ਉਹ ਸੋਚਣ ਲੱਗ ਗਏ ਕਿ ਨਾਨਕ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਹੈ। ਇਸ ਕਰਕੇ ਪਾਂਡੇ ਜੀ ਨੇ ਇਸ ਨੂੰ ਪੜ੍ਹਾਉਣ ਤੋਂ ਮਨਾ ਕਰ ਦਿੱਤਾ ਹੈ ਕਿ ਇਹ ਹੁਣ ਅਨਪੜ੍ਹ ਤੇ ਅਗਿਆਨੀ ਰਹਿ ਜਾਵੇਗਾ। ਉਹਨਾਂ ਨੇ ਇਹਨਾਂ ਨੂੰ ਘਰ ਦੀਆਂ ਗਾਵਾਂ ਮੱਝਾਂ ਨੂੰ ਚਰਾਉਣ ਦਾ ਕੰਮ ਦੇ ਦਿੱਤਾ ਤੇ ਇਹ ਰੋਜ਼ਾਨਾ ਆਪਣੇ ਘਰ ਦੀਆਂ ਗਾਵਾਂ ਮੱਝਾਂ ਨੂੰ ਚਰਾਉਣ ਲੱਗ ਗਏ ਤੇ ਸ਼ਾਮ ਪਿਆ ਘਰ ਵਾਪਸ ਆਉਂਦੇ। ਬਾਹਰ ਪੂਰਾ ਦਿਨ ਪਰਮਾਤਮਾ ਦੇ ਸਿਮਰਨ ਵਿੱਚ ਬਿਤਾਉਣ ਲੱਗ ਗਏ। ਇੱਕ ਦਿਨ ਇਹ ਪ੍ਰਭੂ ਸਿਮਰਨ ਵਿੱਚ ਲੀਨ ਸੀ ਤੇ ਇਹਨਾਂ ਦੀਆਂ ਗਾਵਾਂ ਮੱਝਾਂ ਇੱਕ ਜ਼ਮੀਂਦਾਰ ਦੀ ਪੈਲੀ ਵਿੱਚ ਵੜ ਗਈਆਂ ਤੇ ਉਸ ਪੈਲੀ ਵਿੱਚ ਖੜੀ ਫਸਲ ਦਾ ਕਾਫੀ ਨੁਕਸਾਨ ਕਰ ਦਿੱਤਾ। ਉਸ ਜ਼ਮੀਂਦਾਰ ਨੇ ਆਪਣੀ ਪੈਲੀ ਦਾ ਇਹ ਹਾਲ ਵੇਖਿਆ ਤੇ ਉਹ ਆਪਣਾ ਸਿਰ ਕੁੱਟਦਾ ਹੋਇਆ ਤਲਵੰਡੀ ਦੇ ਰਾਏ ਬੁਲਾਰ ਕੋਲ ਨਾਨਕ ਦੀ ਸ਼ਿਕਾਇਤ ਲਗਾਉਣ ਚਲਾ ਗਿਆ ਤੇ ਉਹਨੇ ਰਾਏ ਬੁਲਾਰ ਨੂੰ ਜਾ ਕੇ ਕਿਹਾ, ਰਾਏ ਬੁਲਾਰ ਜੀ, ਪਟਵਾਰੀ ਦੇ ਮੁੰਡੇ ਨਾਨਕ ਨੇ ਮੇਰੀ ਪੈਲੀ ਵਿੱਚ ਆਪਣੀਆਂ ਗਾਵਾਂ ਮੱਝਾਂ ਨੂੰ ਵਾੜ ਕੇ ਮੇਰੀ ਖੜੀ ਖਲੋਤੀ ਫਸਲ ਮਿੱਧ ਕੇ ਰੱਖ ਦਿੱਤੀ ਹੈ ਤੇ ਮੇਰੀ ਫਸਲ ਦਾ ਬਹੁਤ ਨੁਕਸਾਨ ਹੋ ਗਿਆ ਹੈ। ਪਟਵਾਰੀ ਨੂੰ ਬੁਲਾ ਕੇ ਉਸ ਤੋਂ ਮੇਰੀ ਫਸਲ ਦੇ ਨੁਕਸਾਨ ਦੀ ਭਰਪਾਈ ਕਰਵਾਓ। ਰਾਏ ਬੁਲਾਰ ਨੇ ਕਾਲੂ ਪਟਵਾਰੀ ਤੇ ਨਾਨਕ ਨੂੰ ਬੁਲਵਾਇਆ ਤੇ ਸਾਰਾ ਹਾਲ ਸੁਣਾਇਆ ਕਿ ਨਾਨਕ ਨੇ ਆਪਣੀਆਂ ਗਾਵਾਂ ਮੱਝਾਂ ਨੂੰ ਇਸ ਜ਼ਮੀਂਦਾਰ ਦੇ ਖੇਤ ਵਿੱਚ ਵਾੜ ਕੇ ਇਸ ਦੀ ਫਸਲ ਦਾ ਨੁਕਸਾਨ ਕਰ ਦਿੱਤਾ ਹੈ ਤੇ ਹੁਣ ਇਹ ਜ਼ਮੀਂਦਾਰ ਉਸ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਿਹਾ ਹੈ। ਨਾਨਕ ਜੀ ਨੇ ਕਿਹਾ,
ਰਾਏ ਬੁਲਾਰ ਜੀ, ਆਪ ਇਸ ਜ਼ਮੀਂਦਾਰ ਦੀ ਪੈਲੀ ਤੱਕ ਕਿਸ ਨੂੰ ਭੇਜ ਕੇ ਇਹਨਾਂ ਦੀ ਫਸਲ ਦੀ ਜਾਂਚ ਤੇ ਕਰਵਾ ਲਓ। ਨੁਕਸਾਨ ਹੋਇਆ ਵੀ ਹੈ ਜਾਂ ਨਹੀਂ, ਜੇ ਹੋਇਆ ਵੀ ਹੈ ਤੇ ਕਿੰਨਾ ਕੁ ਹੋਇਆ ਹੈ। ਰਾਏ ਬੁਲਾਰ ਨੇ ਕਿਹਾ, ਠੀਕ ਹੈ, ਮੈਂ ਆਪ ਚੱਲਦਾ ਹਾਂ। ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ, ਚਲੋ ਇਹ ਦੇਖ ਆਉਂਦੇ ਹਾਂ। ਰਾਏ ਬੁਲਾਰ ਆਪਣੇ ਦੋ ਸੇਵਕਾਂ ਨਾਲ ਜ਼ਮੀਂਦਾਰ ਪਟਵਾਰੀ ਕਲਿਆਣ ਦਾਸ ਜੀ ਤੇ ਨਾਨਕ ਜੀ ਨੂੰ ਲੈ ਕੇ ਜ਼ਮੀਂਦਾਰ ਦੀ ਪੈਲੀ ਵੱਲ ਚੱਲ ਪਏ। ਉਸ ਜ਼ਮੀਂਦਾਰ ਦੀ ਪੈਲੀ ਵਿੱਚ ਫਸਲ ਲਹਿਲਹਾ ਰਹੀ ਸੀ। ਇਹ ਵੇਖ ਕੇ ਜ਼ਮੀਂਦਾਰ ਵੀ ਹੈਰਾਨ ਰਹਿ ਗਿਆ। ਰਾਏ ਬੁਲਾਰ ਨੇ ਜ਼ਮੀਂਦਾਰ ਨੂੰ ਕਿਹਾ, ਜ਼ਮੀਂਦਾਰਾ, ਤੇਰੀ ਫਸਲ ਦਾ ਨੁਕਸਾਨ ਤੇ ਕੋਈ ਦਿਸ ਨਹੀਂ ਰਿਹਾ। ਤੂੰ ਤੇ ਕਹਿੰਦਾ ਸੀ ਤੇਰੀ ਫਸਲ ਦਾ ਨੁਕਸਾਨ ਹੀ ਬਹੁਤ ਹੋ ਗਿਆ ਹੈ। ਜ਼ਮੀਂਦਾਰ ਨੇ ਕਿਹਾ, ਪਤਾ ਨਹੀਂ ਇਹ ਕਿਵੇਂ ਹੋਇਆ, ਇਹ ਤੇ ਕੋਈ ਜਾਦੂ ਹੋਇਆ ਜਾਪਦਾ ਹੈ। ਉਹ ਜ਼ਮੀਂਦਾਰ ਰਾਏ ਬੁਲਾਰ ਤੋਂ ਮਾਫੀ ਮੰਗ ਕੇ ਆਪਣਾ ਸਿਰ ਖੁਜਲਾਉਂਦਾ ਆਪਣੇ ਘਰ ਚਲਾ ਗਿਆ। ਰਾਏ ਬੁਲਾਰ ਤੇ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿੱਚ ਨਾਨਕ ਉੱਤੇ ਸ਼ਰਧਾ ਵਧਣ ਲੱਗ ਗਈ। ਗਾਵਾਂ ਮੱਝਾਂ ਚਰਾਉਂਦੇ ਸਮਾਂ ਬੀਤ ਰਿਹਾ ਸੀ। ਇੱਕ ਦਿਨ ਪਿੰਡ ਦੇ ਬਾਹਰ ਇੱਕ ਦਰਖਤ ਹੇਠਾਂ ਇਹ ਪਰਮਾਤਮਾ ਦਾ ਸਿਮਰਨ ਕਰਕੇ ਉੱਥੇ ਚਾਦਰਾ ਵਿਛਾ ਕੇ ਆਰਾਮ ਕਰਦੇ ਕਰਦੇ ਸੌਂ ਗਏ। ਸਮਾਂ ਬੀਤਣ ਕਰਕੇ ਹੌਲੀ ਹੌਲੀ ਉਸ ਦਰਖਤ ਦੀ ਛਾਂ ਟਲਦੀ ਜਾ ਰਹੀ ਸੀ ਤੇ ਥੋੜੀ ਦੇਰ ਬਾਅਦ ਇਹਨਾਂ ਦੇ ਚਿਹਰੇ ਤੇ ਧੁੱਪ ਪੈਣ ਵਾਲੀ ਸੀ ਤੇ ਉਦੋਂ ਇੱਕ ਕੋਤਕ ਹੋਇਆ। ਇੱਕ ਕਾਲੇ ਨਾਗ ਨੇ ਆਪਣਾ ਫਨ ਖੋਲ੍ਹ ਕੇ ਇਹਨਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਇਹ ਸੁੱਤੇ ਰਹੇ। ਉਸੇ ਸਮੇਂ ਰਾਏ ਬੁਲਾਰ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ। ਜਦੋਂ ਉਹਨੇ ਕਾਲੇ ਨਾਗ ਨੂੰ ਆਪਣੇ ਫਨ ਨਾਲ ਨਾਨਕ ਦੇ ਚਿਹਰੇ ਨੂੰ ਛਾਂ ਕਰਦੇ ਵੇਖਿਆ ਤੇ ਉਹਨੇ ਇਹਨਾਂ ਦੇ ਸਤਿਕਾਰ ਵਿੱਚ ਆਪਣਾ ਸਿਰ ਝੁਕਾ ਦਿੱਤਾ ਤੇ ਉਹ ਇਹਨਾਂ ਤੇ ਸ਼ਰਧਾ ਰੱਖਣ ਲੱਗ ਗਿਆ। ਉਹ ਸਮਝ ਗਿਆ ਸੀ ਕਿ ਇਹ ਨਾਨਕ ਕੋਈ ਪਵਿੱਤਰ ਆਤਮਾ ਹੈ। ਤੇ ਅੱਗੇ ਦਾ ਕਿੱਸਾ ਆਪਣੀ ਅਗਲੀ ਵੀਡੀਓ ਵਿੱਚ ਜਲਦੀ ਲੈ ਕੇ ਆ ਰਿਹਾ ਹਾਂ। ਤੁਹਾਡੇ ਤੋਂ ਮਿਲਣ ਵਾਲੇ ਪਿਆਰ ਦਾ ਬਹੁਤ ਬਹੁਤ ਧੰਨਵਾਦ। ਪਿਆਰ ਬਣਾਏ ਰੱਖੋ। ਸਤਿ ਸ਼੍ਰੀ ਅਕਾਲ।